ਸੋ ਇਹਦੇ 'ਚ ਹੈ ਕਿ ਜੋ ਵਿਖਾਇਆ ਜਾ ਰਿਹਾ ਹੁੰਦਾ, ਸਾਨੂੰ ਲੱਗ ਰਿਹਾ ਹੁੰਦਾ ਮਾਡਰਨ ਡੈਮੋਕ੍ਰੇਸੀ ਦੇ ਵਿੱਚ, ਉਹ ਹੁੰਦਾ ਨਹੀਂ। ਸਾਨੂੰ ਦੱਸਿਆ ਜਾ ਰਿਹਾ ਹੁੰਦਾ ਕਿ ਰਾਜ ਧਰਮ ਨਿਰਪੱਖ ਹੈ, ਹੁੰਦਾ ਨਹੀਂ। ਧਰਮ ਨਿਰਪੱਖ ਓਨਾ ਚਿਰ ਤੱਕ ਰਾਜ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਰਾਜ ਕਰਨ ਵਾਲੀ ਕੌਮ ਦੇ ਵਿੱਚ ਖਾਲਸੇ ਦੇ 5 ਗੁਣ ਨਾ ਹੋਣ, ਜਿਹੜੇ 5 ਪਿਆਰਿਆਂ ਦੇ ਨਾਮਕਰਨ ਦੇ ਵਿੱਚ ਹੈ: ਦਇਆ, ਧਰਮ, ਹਿੰਮਤ, ਮੁਹਕਮ ਤੇ ਸਾਹਿਬ। ਰਾਜ ਕਰਨ ਵਾਲੀ ਕੌਮ ਦੇ ਧਰਮ ਦੇ ਵਿੱਚ ਜਿੰਨਾ ਚਿਰ ਤੱਕ ਇਹ ਗੁਣ ਨਾ ਹੋਣ, ਉਹਨਾਂ ਚਿਰ ਰਾਜ ਧਰਮ ਨਿਰਪੱਖ ਹੋ ਹੀ ਨਹੀਂ ਸਕਦਾ। ਮੇਰਾ ਕਹਿਣ ਤੋਂ ਭਾਵ ਕਿ ਚੰਗੀ ਉੱਚ ਮਿਆਰੀ ਨੈਤਿਕਤਾ ਦੀ ਜੀਵਨ ਜਾਚ ਵਾਲਾ ਧਰਮ ਤੇ ਧਰਮ ਦੀ ਵਿਚਾਰਧਾਰਾ ਹੀ ਉਸ ਰਾਜ ਨੂੰ ਸਿਰਜ ਸਕਦੇ ਨੇ ਜਿਸ ਨੂੰ ਰਾਜ ਕਿਹਾ ਜਾਂਦਾ। ਨਹੀਂ ਤੇ ਤੁਸੀਂ ਵੇਖਦੇ ਹੋ, ਹੁਣ ਕੱਲ੍ਹ ਪਰਸੋਂ ਫਿਰ ਅਖਬਾਰਾਂ ਦੇ ਵਿੱਚ ਆਇਆ ਸੀ ਕਿ ਜਿਹੜੇ ਮੁਸਲਮਾਨ ਵੀਰ ਨੇ ਉਹ ਜਦੋਂ ਅਜ਼ਾਨ ਦਿੰਦੇ ਨੇ, ਜਿਹਨੂੰ ਅਸੀਂ ਪੰਜਾਬੀ 'ਚ ਬਾਂਗ ਦੇਣਾ ਕਹਿੰਦੇ ਹਾਂ, ਨਮਾਜ਼ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਮੁਅੱਜ਼ਿਨ ਜਿਹੜਾ ਹੁੰਦਾ ਉਹ ਅਜ਼ਾਨ ਦਿੰਦਾ ਹੈ ਅਤੇ ਕਹਿੰਦੇ ਕਿ ਉਹ ਅਜ਼ਾਨ ਬੰਦ ਕਰਾਈ ਜਾਵੇ। ਉਸ ਤੋਂ ਪਹਿਲਾਂ ਹਿਜਾਬ ਦੀ ਗੱਲ ਚੱਲ ਰਹੀ ਸੀ। ਦਿੱਲੀ ਦੇ ਵਿੱਚ ਦੁਰਗਾ ਪੂਜਾ ਦੇ ਸਮੇਂ ਮਾਸ ਦੀਆਂ ਦੁਕਾਨਾਂ ਬੰਦ। ਸੋ ਕੀ ਇਹ ਸਮੱਸਿਆਵਾਂ ਤਾਂ ਜਿੱਥੇ ਵੀ ਬਹੁ ਧਰਮੀ ਲੋਕ ਹੁੰਦੇ ਨੇ ਉੱਥੇ ਇਹ ਸਮੱਸਿਆਵਾਂ ਆਉਂਦੀਆਂ ਨੇ, ਪਰ ਜਦੋਂ ਰਾਜ ਖਾਲਸੇ ਦਾ ਹੁੰਦਾ ਸਮੱਸਿਆ ਤਾਂ ਉਦੋਂ ਵੀ ਪੈਦਾ ਹੁੰਦੀ ਹੈ, ਪਰ ਖਾਲਸਾ ਉਸ ਸਮੱਸਿਆ ਦਾ ਹੱਲ ਕਿਵੇਂ ਕੱਢਦਾ? ਅਸੀਂ ਦੁਨੀਆ ਨੂੰ ਦੱਸਣਾ ਤਾਂ ਇਹ ਹੈ ਕਿ ਜਿਸ ਰਾਜ ਦੀ ਅਸੀਂ ਗੱਲ ਕਰਦੇ ਹਾਂ ਨਾ, ਰਾਜ ਕਰੇਗਾ ਖਾਲਸਾ, ਉਹ ਸਟੇਟਹੁੱਡ ਕਿਵੇਂ ਦਾ ਸੀ। ਰਣਜੀਤ ਸਿੰਘ ਦਾ ਦਰਬਾਰ ਲੱਗਾ ਹੋਇਆ ਅਤੇ ਇੱਕ ਪਿੰਡ ਦੇ ਹਿੰਦੂ ਅਤੇ ਸਿੱਖ ਇਕੱਠੇ ਹੋ ਕੇ ਆ ਗਏ ਜੀ, ਸਾਡੀ ਮੁਸ਼ਕਿਲ ਜਿਹੜੀ ਹੈ ਉਹ ਹੱਲ ਕੀਤੀ ਜਾਵੇ। ਸਾਨੂੰ ਮੁਸਲਮਾਨਾਂ ਤੋਂ ਬਹੁਤ ਪ੍ਰੋਬਲਮ ਹੈ। ਹਿੰਦੂ ਅਤੇ ਸਿੱਖ ਇਕੱਠੇ ਹੋ ਕੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸ਼ਿਕਾਇਤ ਕਰਦੇ ਨੇ, ਮੁਸਲਮਾਨਾਂ ਤੋਂ ਬੜੀ ਸਮੱਸਿਆ ਹੈ, ਇਹ ਸਮੱਸਿਆ ਜਿਹੜੀ ਹੱਲ ਕੀਤੀ ਜਾਵੇ। ਉਹ ਕਹਿੰਦਾ ਸਮੱਸਿਆ ਹੈ ਕਿ ਕਹਿੰਦਾ ਸਵੇਰੇ ਜਦੋਂ ਉਹਨਾਂ ਦੀ ਨਮਾਜ਼ੇ ਫਜ਼ਰ ਦਾ ਵਕਤ ਹੁੰਦਾ ਹੈ ਨਾ, ਜਿਹੜੀ ਉਹ ਬਾਂਗ ਦਿੰਦੇ ਨੇ, ਜਿਹੜੀ ਉਹ ਅਜ਼ਾਨ ਦਿੰਦੇ ਨੇ, ਅਸੀਂ ਜਾਗ ਜਾਂਦੇ, ਸਾਨੂੰ ਨੀਂਦ ਨਹੀਂ ਆਉਂਦੀ, ਅਸੀਂ ਸੌਣਾ ਚਾਹੁੰਦੇ ਹਾਂ, ਅਤੇ ਇਹਨਾਂ ਦੇ ਮੁਅੱਜ਼ਿਨ ਜਿਹੜੇ ਨੇ ਜਦੋਂ ਬਾਂਗ ਦਿੰਦੇ ਨੇ ਸਾਡੀ ਜਾਗ ਖੁੱਲ੍ਹ ਜਾਂਦੀ ਹੈ। ਅਤੇ ਰਣਜੀਤ ਸਿੰਘ ਮੁਸਕਰਾ ਕੇ ਕਹਿੰਦਾ ਫਿਰ ਕੀ ਹੋਇਆ, ਅਸੀਂ ਇਹਦਾ ਹੱਲ ਕਰ ਦਿੰਦੇ ਹਾਂ, ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਨਮਾਜ਼ ਪੜ੍ਹਨੀ ਜਾਂ ਅਜ਼ਾਨ ਪੜ੍ਹਨੀ ਬੰਦ ਕਰ ਦਿਓ, ਪਰ ਇਹ ਫੈਸਲਾ ਉਹਨਾਂ ਦੇ ਸਾਹਮਣੇ ਹੋਵੇਗਾ, ਇੱਕ ਤਰਫਾ ਨਹੀਂ ਹੋਵੇਗਾ। ਅਗਲੇ ਦਿਨ ਦਰਬਾਰ ਦੇ ਵਿੱਚ ਦੋਵਾਂ ਹੀ ਧਿਰਾਂ ਨੂੰ ਬੁਲਾ ਲਿਆ ਗਿਆ। ਉੱਥੇ ਮੁਸਲਮਾਨ ਵੀ ਨਹੀਂ ਉਸ ਪਿੰਡ ਦੇ, ਇੱਕ ਪਾਸੇ ਉਹ ਖੜ੍ਹੇ ਨੇ, ਇੱਕ ਪਾਸੇ ਸਿੱਖ ਅਤੇ ਹਿੰਦੂ ਖੜ੍ਹੇ ਨੇ। ਅਤੇ ਰਣਜੀਤ ਸਿੰਘ ਮੁਸਲਮਾਨ ਭਰਾਵਾਂ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ, ਉਹਨਾਂ ਦਾ ਜਿਹੜਾ ਮਸਜਿਦ ਦਾ ਮੌਲਵੀ ਸੀ, ਕਾਜ਼ੀ ਵੀ ਉੱਥੇ ਸੀ, ਕਾਰੀ ਵੀ ਉੱਥੇ ਸੀ, ਇਮਾਮ ਵੀ ਉੱਥੇ ਸੀ, ਸਾਰੇ ਉੱਥੇ ਸਨ। ਕਹਿੰਦਾ ਇਮਾਮ ਸਾਹਿਬ, ਇਸ ਪਿੰਡ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਤੁਹਾਡੇ ਤੋਂ ਸਮੱਸਿਆ ਹੈ ਕਿ ਤੁਸੀਂ ਜਦੋਂ ਸਵੇਰ ਦੀ ਨਮਾਜ਼ੇ ਫਜ਼ਰ ਦੀ ਅਜ਼ਾਨ ਦਿੰਦੇ ਹੋ ਇਹਨਾਂ ਦੀ ਨੀਂਦ ਖੁੱਲ੍ਹ ਜਾਂਦੀ ਹੈ, ਅਜ਼ਾਨ ਕਿਉਂ ਦਿੰਦੇ ਹੋ? ਉਹ ਕਹਿੰਦਾ ਅਜ਼ਾਨ ਇਸ ਕਰਕੇ ਦਿੰਦੇ ਆ ਕਿ ਸਾਡਾ ਇਸਲਾਮ ਨੂੰ ਮੰਨਣ ਵਾਲਾ ਕੋਈ ਵਿਅਕਤੀ ਸੁੱਤਾ ਨਾ ਰਹੇ ਅਤੇ ਉਹ ਜਾਗ ਕੇ ਨਮਾਜ਼ ਦੇ ਵਿੱਚ ਸ਼ਾਮਲ ਹੋ ਜਾਵੇ। ਰਣਜੀਤ ਸਿੰਘ ਕਹਿੰਦਾ ਸੁਣ ਲਿਆ? ਉਹ ਹਿੰਦੂਆਂ ਅਤੇ ਸਿੱਖਾਂ ਨੂੰ ਸੰਬੋਧਿਤ ਹੋ ਕੇ ਕਹਿੰਦਾ ਤੁਸੀਂ ਸੁਣ ਲਿਆ ਨਾ ਕਿ ਉਹ ਸਿਰਫ ਇਸ ਕਰਕੇ ਅਜ਼ਾਨ ਦਿੰਦੇ ਨੇ ਕਿ ਉਹਨਾਂ ਦੇ ਦੀਨ ਜਾਂ ਉਹਨਾਂ ਦੇ ਧਰਮ ਨੂੰ ਮੰਨਣ ਵਾਲਾ ਵਿਅਕਤੀ ਕੋਈ ਨਮਾਜ਼ ਤੋਂ ਵਾਂਝਾ ਨਾ ਰਹਿ ਜਾਵੇ। ਕਹਿੰਦੇ ਹਾਂਜੀ ਸੁਣ ਲਿਆ। ਕਹਿੰਦਾ ਅੱਜ ਤੋਂ ਬਾਅਦ ਇਹ ਅਜ਼ਾਨ ਨਹੀਂ ਦੇਣਗੇ, ਪਰ ਸਵੇਰੇ ਨਮਾਜ਼ੇ ਫਜ਼ਰ ਤੋਂ ਪਹਿਲਾਂ ਤੁਸੀਂ ਆਪਣੀਆਂ ਡਿਊਟੀਆਂ ਬੰਨ੍ਹ ਲਓ, ਘਰ ਘਰ ਜਾ ਕੇ ਇਹਨਾਂ ਨੂੰ ਜਗਾ ਦਿਆ ਕਰੋ। ਇਹ ਅਜ਼ਾਨ ਨਹੀਂ ਦੇਣਗੇ, ਤੁਸੀਂ ਘਰ ਘਰ ਜਾ ਕੇ ਇਹਨਾਂ ਨੂੰ ਜਗਾ ਦਿਆ ਕਰੋ। ਸਾਰੇ ਹੱਥ ਜੋੜ ਕੇ ਕਹਿੰਦੇ ਜੀ ਇਹ ਕੰਮ ਤਾਂ ਬੜਾ ਔਖਾ, ਇਹਨਾਂ ਨੂੰ ਕਹਿ ਦਿਓ ਅਜ਼ਾਨ ਦੇ ਲਿਆ ਕਰਨ, ਸਾਡੇ ਲਈ ਸਮੱਸਿਆ ਖੜੀ ਹੋ ਜਾਏਗੀ। ਸੋ ਇਹ ਹੈ ਜਿਸ ਦੇ ਕੋਲ ਦੂਜੇ ਧਰਮਾਂ ਦੀ ਜਿਹੜੀਆਂ ਪਰੰਪਰਾਵਾਂ ਅਤੇ ਮਾਨਤਾਵਾਂ ਨੇ ਉਹਨਾਂ ਦਾ ਸਤਿਕਾਰ ਕਰਨ ਦਾ ਚਿੰਤਨ ਹੈ। ਇਹਨੂੰ ਕਿਹਾ ਜਾਂਦਾ ਧਰਮ ਨਿਰਪੱਖ ਰਾਜ, ਜਿਹਨੂੰ ਅਸੀਂ ਖਾਲਸਾ ਰਾਜ ਕਹਿੰਦੇ ਹਾਂ। ਪਰ ਕੀ ਜੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਸਮੱਸਿਆ ਸੀ ਅਤੇ ਸਮੱਸਿਆ ਹਿੰਦੂਆਂ ਨੂੰ ਸੀ ਅਤੇ ਕਿਸੇ ਮੁਸਲਮਾਨ ਨੂੰ ਨਹੀਂ ਹੋ ਸਕਦੀ? ਉਹਨੂੰ ਵੀ ਤਾਂ ਹੋ ਸਕਦੀ। ਰਣਜੀਤ ਸਿੰਘ ਦੀ ਇੱਕ ਆਮ ਆਦਤ ਸੀ
ਕਿਸੇ ਕਿਸੇ ਦਿਨ ਤਕਰੀਬਨ ਹਫ਼ਤੇ ਦੇ ਵਿੱਚ 1-2 ਵਾਰੀ ਤਾਂ ਜ਼ਰੂਰ ਉਹ ਆਪਣਾ ਸ਼ਾਹੀ ਲਿਬਾਸ ਉਤਾਰਦਾ ਹੈ, ਬੜੇ ਆਮ ਕੱਪੜੇ ਪਾਉਂਦਾ ਹੈ, ਆਮ ਯਾਤਰੀਆਂ ਵਾਲੇ, ਆਮ ਟਰੈਵਲਰ ਵਾਲੇ, ਆਪਣਾ ਚਿਹਰਾ ਢੱਕਦਾ ਹੈ ਅਤੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਨਿਕਲ ਜਾਂਦਾ ਹੈ, ਇਹ ਵੇਖਣ ਦੇ ਵਾਸਤੇ ਕਿ ਲੋਕ ਇਸ ਪਿੰਡ ਦੇ, ਇਸ ਇਲਾਕੇ ਦੇ, ਇਸ ਸ਼ਹਿਰ ਦੇ ਮੇਰੇ ਰਾਜ ਦੇ ਵਿੱਚ ਕਿਤੇ ਤੰਗ ਤਾਂ ਨਹੀਂ, ਕੋਈ ਨਿਰਾਸ਼ਾ ਤਾਂ ਨਹੀਂ ਇਹਨਾਂ ਦੇ ਵਿੱਚ, ਕੋਈ ਦੁਖੀ ਤਾਂ ਨਹੀਂ ਕਰ ਰਿਹਾ ਕਿਸੇ ਨੂੰ। ਰਣਜੀਤ ਸਿੰਘ ਇੱਕ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੀ ਭੇਸ ਬਦਲ ਕੇ ਰਾਤ ਨੂੰ ਗਿਆ ਹੈ ਅਤੇ ਵੇਖਦਾ ਹੈ ਕਿ ਦੂਰੋਂ ਉਸ ਦੇ ਕੰਨਾਂ 'ਚ ਇੱਕ ਆਵਾਜ਼ ਪੈ ਰਹੀ ਹੈ। ਆਵਾਜ਼ ਦੇ ਵਿੱਚ ਸ਼ਬਦ ਨੇ, ਕਾਸ਼ ਇਹ ਰਾਜ ਕਿਸੇ ਮੁਸਲਮਾਨ ਦਾ ਹੁੰਦਾ, ਕਾਸ਼ ਇਹ ਰਾਜ ਕਿਸੇ ਮੁਸਲਮਾਨ ਦਾ ਹੁੰਦਾ। ਰਣਜੀਤ ਸਿੰਘ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ ਕਿ ਮੈਂ ਤਾਂ ਇੰਨਾ ਚੰਗਾ ਰਾਜ ਦੇਣ ਦਾ ਦਾਅਵਾ ਕਰੀ ਬੈਠਾ ਹਾਂ, ਅਤੇ ਬੜੀ ਅਜੀਬ ਗੱਲ ਹੈ ਕਿ ਅੱਧੀ ਰਾਤ ਨੂੰ ਕੋਈ ਵਿਅਕਤੀ ਕਿੰਨਾ ਦੁਖੀ ਹੈ ਜਿਹੜਾ ਅੱਧੀ ਰਾਤ ਨੂੰ ਇਹ ਗੱਲ ਕਹਿ ਰਿਹਾ ਹੈ ਕਿ ਖੁਦਾਵੰਦ ਕਰੀਮ ਰਾਜ ਕਿਸੇ ਮੁਸਲਮਾਨ ਦਾ ਹੋਣਾ ਚਾਹੀਦਾ ਸੀ। ਸ਼ੇਰੇ ਪੰਜਾਬ ਘੋੜੇ ਤੋਂ ਉਤਰਿਆ ਅਤੇ ਉਸ ਝੁੱਗੀ ਦੀ ਦਿਸ਼ਾ ਵੱਲ ਜਾਂਦਾ ਹੈ। ਉਸ ਝੁੱਗੀ ਦੇ ਵਿੱਚ ਇੱਕ ਦੀਵਾ ਜਗ ਰਿਹਾ, ਇੱਕ ਬਜ਼ੁਰਗ ਚਿੱਟੀ ਦਾੜੀ ਵਾਲਾ ਮੁਸਲਮਾਨ ਬੈਠਾ ਹੈ, ਉਸ ਦੇ ਸਾਹਮਣੇ ਇੱਕ ਉਸ ਦੀ ਮੁਕੱਦਸ ਕੁਰਾਨ ਸ਼ਰੀਫ ਪਈ ਹੈ। ਰਣਜੀਤ ਸਿੰਘ ਉਸ ਦੇ ਕੋਲ ਚਲਾ ਗਿਆ ਅਤੇ ਉਸਨੇ ਸੋਚਿਆ ਕਿ ਕੋਈ ਯਾਤਰੂ, ਕੋਈ ਅਭਿਆਗਤ ਆਇਆ ਹੈ। ਉਸਨੇ ਦੁਆ ਸਲਾਮ ਕਰਕੇ ਕਿਹਾ ਕਿ ਹਨੇਰੇ ਵਿੱਚ ਆਏ ਹੋ, ਰਾਤ ਨੂੰ ਆਏ ਹੋ, ਤੁਹਾਡੇ ਵਾਸਤੇ ਕੋਈ ਪਾਣੀ ਦਾ ਇੰਤਜ਼ਾਮ ਕਰਾਂ? ਉਹ ਕਹਿੰਦਾ, ਨਹੀਂ, ਪਾਣੀ ਦਾ ਇੰਤਜ਼ਾਮ ਨਾ ਕਰ, ਮੈਂ ਤਾਂ ਦੂਰੋਂ ਆਇਆ, ਮੈਂ ਤਾਂ ਇਹ ਸੁਣਿਆ ਸੀ ਕਿ ਰਣਜੀਤ ਸਿੰਘ ਦਾ ਰਾਜ ਬੜਾ ਵਧੀਆ, ਸ਼ੇਰੇ ਪੰਜਾਬ ਦਾ ਰਾਜ ਬੜਾ ਵਧੀਆ, ਅਤੇ ਤੂੰ ਅੱਧੀ ਰਾਤ ਨੂੰ ਰੋ ਕੇ ਕਹਿ ਰਿਹਾ ਹੈ ਕਿ ਇਸ ਦੇਸ਼ ਦਾ ਰਾਜਾ ਮੁਸਲਮਾਨ ਹੋਣਾ ਚਾਹੀਦਾ ਸੀ, ਪਰ ਮੈਂ ਤਾਂ ਸੁਣਿਆ ਸੀ ਰਣਜੀਤ ਸਿੰਘ ਦਾ ਰਾਜ ਬੜਾ ਵਧੀਆ। ਕਹਿੰਦਾ, ਰਾਜ ਤਾਂ ਚੰਗਾ ਹੈ, ਪਰ ਮੇਰੇ ਵਰਗੇ ਖੁਸ਼ ਖਤ ਲਿਖਾਈ ਵਾਲੇ ਨੂੰ, ਕੈਲੀਗ੍ਰਾਫਰ, ਮੇਰੇ ਵਰਗੇ ਖੁਸ਼ ਖਤ ਲਿਖਾਈ ਕਰਨ ਵਾਲੇ ਨੂੰ ਇਸ ਰਾਜ ਦਾ ਕੀ ਲਾਭ? ਕਹਿੰਦਾ, ਕੀ ਮਤਲਬ ਤੁਹਾਡਾ? ਕਹਿੰਦਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਦੇ ਨਾਲ ਬੜੀ ਸੁੰਦਰ ਕੈਲੀਗ੍ਰਾਫੀ ਕਰਕੇ, ਬੜੀ ਸੁੰਦਰ ਖੁਸ਼ ਖਤ ਲਿਖਾਈ ਕਰਕੇ ਆ ਮੁਕੱਦਸ ਕੁਰਾਨ ਸ਼ਰੀਫ ਲਿਖੀ ਹੈ, ਅਤੇ ਇੰਨੀ ਪਿਆਰੀ ਲਿਖੀ ਹੈ ਕਿ ਜੇ ਕਿਤੇ ਇਸ ਰਾਜ ਦਾ ਰਾਜਾ ਮੁਸਲਮਾਨ ਹੁੰਦਾ ਨਾ, ਅਤੇ ਉਹ ਇਸ ਮੁਕੱਦਸ ਕੁਰਾਨ ਸ਼ਰੀਫ ਨੂੰ ਆਪਣੇ ਤੋਸ਼ੇਖਾਨੇ ਦੇ ਵਿੱਚ ਰੱਖ ਲੈਂਦਾ ਅਤੇ ਇਹਦੇ ਬਦਲੇ ਦੇ ਵਿੱਚ ਮੇਰੀ ਝੋਲੀ 'ਚ 500 ਮੋਹਰਾਂ ਪਾ ਦਿੰਦਾ। ਰਣਜੀਤ ਸਿੰਘ ਨੇ ਆਪਣੇ ਮੂੰਹ ਤੋਂ ਆਪਣੀ ਲੋਈ ਨੂੰ, ਕੱਪੜੇ ਨੂੰ ਉਤਾਰਿਆ ਅਤੇ ਕਹਿੰਦਾ, ਬਜ਼ੁਰਗੋ, ਤੁਹਾਡੇ ਸਾਹਮਣੇ ਸ਼ੇਰੇ ਪੰਜਾਬ ਰਣਜੀਤ ਸਿੰਘ ਖੜ੍ਹਾ ਹੈ। ਜੇਬ 'ਚੋਂ ਕੱਢ ਕੇ 500 ਮੋਹਰਾਂ ਰੱਖ ਕੇ ਥੈਲੀ, ਕਹਿੰਦਾ, ਇਹ 500 ਮੋਹਰਾਂ ਤਾਂ ਇਸ ਮੁਕੱਦਸ ਕੁਰਾਨ ਸ਼ਰੀਫ ਨੂੰ ਵੇਖਣ ਦੀਆਂ ਨੇ, ਉਹਨਾਂ ਦਾ ਨਜ਼ਰਾਨਾ ਹੈ। ਸਵੇਰੇ ਮੇਰੇ ਦਰਬਾਰ ਦੇ ਵਿੱਚ ਆ ਜਾਇਓ, ਜਿੰਨਾ ਤੁਹਾਡਾ ਭਾਰ ਹੈ ਮੈਂ ਤੁਹਾਡੇ ਭਾਰ ਦੇ ਨਾਲ ਤੋਲ ਕੇ ਤੁਹਾਨੂੰ ਮੋਹਰਾ ਦੇ ਦੇਵਾਂਗਾ। ਅੱਜ ਉਹ ਮੁਕੱਦਸ ਕੁਰਾਨ ਸ਼ਰੀਫ ਫਕੀਰ ਅਜੀਜ਼ੁਦੀਨ ਦੇ ਪਰਿਵਾਰ ਦੇ ਕੋਲ ਪਈ ਹੈ। ਹੁਣ ਰਣਜੀਤ ਸਿੰਘ ਤਾਂ ਘੋੜੇ 'ਤੇ ਸਵਾਰ ਹੋ ਕੇ ਬਾਹਰ ਜਾ ਰਿਹਾ ਹੈ, ਅਤੇ ਉਹੀ ਬਜ਼ੁਰਗ ਹੁਣ ਉਸ ਝੁੱਗੀ 'ਚ ਬੈਠਾ ਹੈ। ਬਜ਼ੁਰਗ ਵੀ ਉਹ, ਦੀਵਾ ਵੀ ਉਹ, ਝੁੱਗੀ ਵੀ ਉਹ, ਕੁਰਾਨ ਸ਼ਰੀਫ ਵੀ ਉਹ, ਅਤੇ ਆਵਾਜ਼ ਆ ਰਹੀ ਹੈ, ਕਾਸ਼ ਹਰ ਰਾਜ ਦਾ ਰਾਜਾ ਸਿੱਖ ਹੋਵੇ, ਕਾਸ਼ ਹਰ ਰਾਜ ਦਾ ਰਾਜਾ ਸਿੱਖ ਹੋਵੇ। ਸੋ ਇਹ ਹੁੰਦੇ ਨੇ ਧਰਮ ਦੇ ਅਧੀਨ ਰਾਜ, ਜਿਹੜੇ ਰਾਜਾਂ ਦੇ ਵਿੱਚ ਸੱਚਮੁੱਚ ਅਸੀਂ ਕਹਿ ਸਕਦੇ ਹਾਂ ਕਿ ਸਭ ਸੁਖਾਲੀ ਵੁੱਠੀਆਂ ਇਹ ਹੁਆ ਹਲੇਮੀ ਰਾਜ ਜੀਓ। ਸੋ ਇਸ ਰਾਜ ਦੀ ਵਿਚਾਰਧਾਰਾ ਦੇ ਵਾਸਤੇ ਜਿਹੜਾ ਗੁਰਦੇਵ ਪਾਤਸ਼ਾਹ ਨੇ ਸਾਨੂੰ ਸੰਕਲਪ ਬਖਸ਼ਿਸ਼ ਕੀਤਾ ਹੈ। ਵੇਖੋ, ਮੈਂ ਕੱਲ੍ਹ ਵੀ ਤੁਹਾਡੇ ਨਾਲ ਇਹੀ ਬੇਨਤੀ ਸਾਂਝੀ ਕੀਤੀ ਸੀ ਕਿ ਖਾਲਸੇ ਦਾ ਪ੍ਰਗਟ ਹੋਣਾ, ਉਸ ਪ੍ਰਗਟ ਹੋਣ ਦੀ ਕਿਰਿਆ ਨੂੰ ਇਤਿਹਾਸਕ ਵਰਤਾਰੇ ਦੇ ਰੂਪ ਦੇ ਵਿੱਚ ਅਸੀਂ ਸਾਰੇ ਹੀ ਜਾਣਦੇ ਹਾਂ, ਪਰ ਫਲਸਫੇ ਦੇ ਨਜ਼ਰ ਤੋਂ ਸਮਝਣ ਦਾ ਯਤਨ ਕਰੀਏ, ਕਿਉਂਕਿ ਮੈਨੂੰ ਤਾਂ ਇੰਝ ਲੱਗਦਾ ਹੈ ਜਿਵੇਂ ਨੰਦ ਲਾਲ ਜੀ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਨੇ ਨਾ, ਤਾਂ ਇੱਕ ਬੜੀ ਪਿਆਰੀ ਗੱਲ ਕਰਦੇ ਨੇ। ਵੈਸੇ ਤਾਂ ਗੁਰੂ ਸਾਹਿਬ ਦੇ ਬਾਰੇ ਸਾਡੀ ਪਾਵਨ ਬਾਣੀ ਦੇ ਵਿੱਚ ਬੜੇ ਪਿਆਰੇ ਸ਼ਬਦ ਨੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ, ਕਿੰਨੇ ਪਿਆਰੇ ਸ਼ਬਦ ਨੇ।
ਪਰ ਨੰਦ ਲਾਲ ਜੀ ਤਾਂ ਇੱਕ ਹੋਰ ਹੀ ਗੱਲ ਕਰ ਦਿੰਦੇ ਨੇ, ਕਹਿੰਦੇ ਨਹੀਂ ਵੇਖਿਆ ਤੇ ਫਿਰ ਕੀ ਹੋਇਆ, ਜਿੰਨੇ ਜ਼ੁਬਾਨ ਤੋਂ ਹੀ ਨਾਨਕ ਕਹਿ ਲਿਆ ਉਹਨੇ ਬਹੁਤ ਕੁਛ ਪਾ ਲਿਆ। ਉਹ ਕਹਿੰਦੇ ਦੋਏ ਨੂਨ ਪਾਕਿਸ਼, ਜਦੋਂ ਫਾਰਸੀ ਦੇ ਵਿੱਚ ਜਾਂ ਉਰਦੂ 'ਚ ਨਾਨਕ ਲਿਖਣਾ ਹੋਵੇ ਨਾ ਤੇ ਲਿਖਣਾ ਪੈਂਦਾ ਨੂਨ ਅਲਫ ਨੂਨ ਤੇ ਕਾਫ, ਨਾਨਕ। ਉਹ ਕਹਿੰਦੇ ਦੋਏ ਨੂਨ ਪਾਕਿਸ਼, ਐ ਗੁਰੂ ਨਾਨਕ ਤੇਰੇ ਨਾਮ ਦੇ ਵਿੱਚ ਆਏ ਹੋਏ ਦੋ ਨੂਨ, ਦੋ ਨੰਨੇ, ਦੋ ਐਨ ਇੰਨੇ ਪਵਿੱਤਰ ਨੇ ਨਾ, ਉਹਨਾਂ ਦਾ ਮਤਲਬ ਹੈ ਨਈਮ ਵ ਨਸੀਰ। ਤੂੰ ਸਾਰਿਆਂ ਨੂੰ ਪਿਆਰ ਕਰਨ ਵਾਲਾ ਹੈ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੈ, ਨਈਮ ਵ ਨਸੀਰ। ਅਲਫ ਮਾਨੇ ਆਹਦ, ਅਲਫ ਜਿਹੜਾ ਕੰਨਾ ਹੁੰਦਾ ਹੈ ਇਹ, ਅਲਫ ਮਾਨੇ ਆਹਦ। ਅਲਫ ਦਾ ਭਾਵ ਹੈ ਕਿ ਤੂੰ ਅਹਿਦ ਕੀਤਾ ਹੈ, ਤੂੰ ਹਰ ਇੱਕ ਨਾਲ ਪ੍ਰਣ ਕੀਤਾ ਹੈ, ਇਹਦੇ ਬਾਵਜੂਦ ਕਿ ਤੂੰ ਕਾਫ ਆਖਰੀਨ ਕਬੀਰ, ਕਬੀਰ ਦਾ ਭਾਵ ਹੈ ਸਭ ਤੋਂ ਉੱਚਾ, ਕਿ ਤੇਰੇ ਤੋਂ ਉੱਚਾ ਕੋਈ ਨਹੀਂ, ਸਭ ਤੋਂ ਵੱਡਾ ਸਤਿਗੁਰ ਨਾਨਕ। ਸੋ ਨੰਦ ਲਾਲ ਤਾਂ ਕਹਿੰਦੇ ਨੇ ਕਿ ਪਾਤਸ਼ਾਹ ਤੁਹਾਡੇ ਨਾਮ ਦੇ ਵਿੱਚ ਹੀ ਇੰਨੀ ਰਹਿਮਤ ਹੈ ਕਿ ਜਿੰਨੇ ਜ਼ੁਬਾਨ ਤੋਂ ਪਿਆਰ ਦੇ ਨਾਲ ਨਾਨਕ ਹੀ ਕਹਿ ਲਿਆ ਨਾ, ਉਹਨੇ ਵੀ ਨਈਮ, ਨਸੀਰ, ਅਹਿਦ ਤੇ ਕਬੀਰ, ਇਹਨਾਂ ਚਾਰ ਗੁਣਾਂ ਨੂੰ ਜ਼ੁਬਾਨ ਤੋਂ ਬੋਲ ਲਿਆ ਜਿਹੜੇ ਪ੍ਰਮਾਤਮਾ ਦੇ ਗੁਣ ਨੇ।